ਖੂਹ ਦੇ ਨੇੜੇ ਇੱਕ ਵਿਚਲੀ ਉਮਰ ਦੇ ਸੱਜਣ ਪੁਰਖ ਨਹਾ ਕੇ ਸਾਫਾ ਧੁੱਪੇ ਪਾ ਕੇ ਇੱਕ ਕੱਚੇ ਪਰ ਸੁਥਰੇ ਥੜੇ 'ਤੇ ਬੈਠੇ ਹਨ। ਖੂਹ ਦੀ ਆਵਾਜ਼ ਕੰਨੀ ਪੈ ਰਹੀ ਹੈ, ਤੂੰ ਕਰ ਰਹੀ ਹੈ, ਪਰ ਉਹਨਾਂ ਦੇ ਕੰਨਾਂ ਨੂੰ ਬਾਣ ਨਹੀਂ ਇਸ ਘੂੰ ਵਿੱਚ ਤੂੰ ਬਰਖਣ ਦੀ। ਉਹ ਆਪ ਕੋਈ ਜਾਪ ਤਾਂ ਕਰ ਰਹੇ ਹਨ, ਪਰ ਹੋ ਰਹੇ ਜਾਪ ਨੂੰ ਅਨੁਭਵ ਨਹੀਂ ਕਰਦੇ। ਉਹ ਪਿੰਡ ਦੇ ਪੁਰੋਹਿਤ ਹਨ, ਨਾਮ ਹਰਦਿਆਲ ਹੈ। ਕੀਰਤ ਜਜਮਾਨਾਂ ਦੇ ਘਰਾਂ ਦੀ ਵਿਰਤ ਹੈ। ਦਾਨ ਤਾਂ ਲੈਂਦੇ ਹਨ, ਪਰ ਸੁਭਾਅ ਦਾ ਰੁਖ ਕੁਝ ਪੂਜਾ ਪਾਠ ਤੇ ਭੈ ਵਾਲਾ ਵੀ ਹੈ। ਉਂਝ ਵੀ ਭਲੇ ਹਨ। ਦੇਸ਼ ਰਾਜ ਕਸ਼ਟ ਵਿੱਚ ਹੈ। ਪੰਡਿਤ ਜੀ ਦੇਸ਼ ਦੀ ਪੀੜਾ ਤੇ ਆਪਣੀ ਜਾਤੀ ਦੀ ਪੀੜਾ ਵਿੱਚ ਦੁਖੀ ਹੁੰਦੇ ਹਨ। ਬਲ ਨਹੀਂ, ਸਾਹਸ ਨਹੀਂ, ਦੇਸ਼ ਵਿੱਚ ਵੀ ਏਕਤਾ ਨਹੀਂ, ਸਾਂਝਾ ਕੌਮੀ ਪਿਆਰ ਨਹੀਂ, ਕੁਰਬਾਨੀ ਨਹੀਂ। ਪੀੜਤ ਹੁੰਦੇ ਨੇ, ਦਿਲ ਤਾਂ ਰੋਂਦੇ ਹਨ। ਤਦ ਬਿਨੇ ਕਰਦੇ ਹਨ, ਹੇ ਭਗਵਾਨ, ਜਦੋਂ ਧਰਮ ਦੀ ਗਿਲਾਨੀ ਹੁੰਦੀ ਹੈ, ਤੂੰ ਆਉਂਦਾ ਹੈ। ਹੁਣ ਤਾਂ ਅੱਤ ਹੋ ਚੁੱਕੀ ਹੈ, ਤੂੰ ਆ ਕੇ ਰੱਖ ਭਗਵਾਨ। ਦੇਵਤੇ ਜਦ ਰਾਖਸ਼ਾਂ ਦੇ ਹੱਥੋਂ ਪੀੜਤ ਹੁੰਦੇ ਹਨ, ਤੂੰ ਆਉਂਦਾ ਹੈ, ਤੂੰ ਹੀ ਰੱਖਿਆ ਕਰਦਾ ਹੈ, ਤਾਂ ਤੇਰੇ ਦੇਵਤੇ ਬਚਦੇ ਹਨ। ਹੁਣ ਤਾਂ ਸਾਰੀ ਧਰਤੀ ਪਾਪ ਗ੍ਰਸਤੀ ਤੇ ਮਲੈਚ ਹੋ ਚੁੱਕੀ ਹੈ। ਇਸ ਵੇਲੇ ਦੂਰੋਂ ਬਨ ਬ੍ਰਿਛਾਂ ਵਿੱਚੋਂ ਇੱਕ ਧੁਨੀ ਆਉਂਦੀ ਹੈ, ਧੰਨ ਨਿਰੰਕਾਰ। ਤ੍ਰਬਕਤਾ ਹੈ ਪੁਰੋਹਿਤ, ਆ ਗਏ ਹੋ, ਜਾਪਦੇ ਤਾਂ ਹੋ, ਅਨੁਮਾਨ ਠੀਕ ਹਨ, ਤਾਂ ਧੰਨ ਮੇਰੇ ਨੈਣ ਸੁਭਾਗ ਹੋ ਗਏ ਹਨ। ਹੇ ਭਗਵਾਨ, ਹੇ ਤ੍ਰਾਣ ਕਰਤਾ, ਨਮੋ ਨਮः। ਇਹ ਪਾਠ ਕਰਦੇ ਇਸ ਮਨੋਜੁਹਾਰ ਵਿੱਚ ਸਨ ਕਿ ਇੱਕ ਹੋਰ ਇਹਨਾਂ ਤੋਂ ਛੁਟੇਰੀ ਉਮਰ ਦੇ ਸੱਜਣ ਜੀ ਨਹਾ ਕੇ ਆ ਗਏ। ਉਹ ਵੀ ਥੜੇ 'ਤੇ ਬਹਿ ਗਏ। ਇਹ ਵੀ ਬ੍ਰਾਹਮਣ ਸਨ, ਪਰ ਇਹ ਪੁਰੋਹਿਤ ਨਹੀਂ ਸਨ। ਇਹ ਸਨ ਭਾਂਦੇ। ਇਹ ਟਾਕਰੇ ਤੇ ਸ਼ਾਰਦਾ ਦੇ ਅੱਖਰ ਜਾਣਦੇ ਸਨ, ਖਾਟੜੀਆਂ ਨੂੰ ਪੜ੍ਹਾਉਂਦੇ ਸਨ। ਅੱਖਰ ਲਿਖਣੀ, ਚਿੱਠੀ ਵਾਚਣੀ, ਪਹਾੜੇ, ਦਰਾਂ, ਵਿਆਜ, ਕੋਠੇ, ਵਹੀ ਖਾਤਾ, ਚਿੱਠਾ ਬਣਾਉਣਾ, ਨਫਾ ਨੁਕਸਾਨ ਕੱਢਣਾ, ਜੋ ਇਹਨਾਂ ਤੋਂ ਪੜ੍ਹੇ ਹੱਟੀ ਤੇ ਵਿਹਾਰਕਾਰ ਜੋਗਾ ਹੋ ਜਾਵੇ। ਨਾਮ ਸੀ ਇਹਨਾਂ ਦਾ ਗੋਪਾਲ। ਆਪ ਥੋੜ੍ਹੀ ਸੰਸਕ੍ਰਿਤ ਜਾਣਦੇ ਸਨ। ਆਪ ਕੁਝ ਗੱਲ ਕਰਨੀ ਚਾਹੁੰਦੇ ਸਨ ਹਰਦਿਆਲ ਨਾਲ, ਪਰ ਉਹ ਚੜ੍ਹਦੇ ਸੂਰਜ ਵੱਲ ਜਿੱਧਰੋਂ ਕਿਤੋਂ ਧੁਰੋਂ ਧੰਨ ਨਿਰੰਕਾਰ ਦੀ ਬਰੀਕ ਆਵਾਜ਼ ਆ ਰਹੀ ਸੀ, ਅੰਜੁਲੀਆਂ ਕਰ ਰਹੇ ਸਨ। ਸੋ ਭਾਂਦਾ ਜੀ ਸਤਿਕਾਰ ਨਾਲ ਇਹਨਾਂ ਵੱਲ ਤੱਕ ਰਹੇ ਸਨ। ਹੁਣ ਆਏ ਨਹਾ ਧੋ ਕੇ ਵਗਦੇ ਖੂਹ ਤੋਂ ਪੰਡਿਤ ਬ੍ਰਿਜਨਾਥ ਜੀ। ਇਹ ਨਾ ਪੁਰੋਹਿਤ ਸਨ, ਨਾ ਭਾਂਦੇ, ਪਰ ਤਕੜੇ ਵਿਦਵਾਨ ਸਨ। ਉਪਜੀਵਿਕਾ ਸੀ ਲੋਕਾਂ ਵੱਲੋਂ ਸੇਵਾ ਤੇ ਕੁਝ ਭੌਂ ਦੌੜ ਦਾਣੇ ਪੱਠੇ ਦੀ ਆਮਦਨ। ਕੰਮ ਸੀ ਪੜ੍ਹਾਉਣਾ, ਦੂਰੋਂ ਆਏ ਵਿਦਿਆਰਥੀਆਂ ਤੇ ਸੰਨਿਆਸੀਆਂ ਨੂੰ ਪੜ੍ਹਾਉਣਾ। ਚਿੱਤ ਇਹਨਾਂ ਦਾ ਵੀ ਪ੍ਰਜਾ ਦੀ ਪੀੜਾ ਤੋਂ ਪੀੜਿਤ ਸੀ। ਅੱਜ ਕੋਈ ਨਵੀਂ ਦੁੱਖ ਦੀ ਗੱਲ ਤੋਂ ਦੁਖੀ ਸਨ, ਜੋ ਕਿਸੇ ਦਿੱਲੀਓਂ ਆਏ ਵੈਸ਼ਨਵ ਸਾਧੂ ਨੇ ਸੁਣਾਈ ਸੀ। ਆ ਬੈਠੇ ਥੜੇ 'ਤੇ ਉਡੀਕਵਾਨ ਬੈਠ ਗਏ। ਪੁਰੋਹਿਤ ਜੀ ਦੀਆਂ ਅਜੁਲੀਆਂ ਮਗਰੋਂ ਕੁਝ ਉਹਨਾਂ ਨਾਲ ਵਿਚਾਰ ਕਰਨ। ਥੋੜ੍ਹੀ ਦੇਰ ਮਗਰੋਂ ਪੁਰੋਹਿਤ ਜੀ ਵਿਹਲੇ ਹੋ ਗਏ। ਪੁਰੇ ਦੇ ਦਮਕ ਰਹੇ ਸੂਰਜ ਵਾਲੇ ਪਾਸਿਓਂ ਜੋ ਧੰਨ ਨਿਰੰਕਾਰ ਦੀ ਧੁਨੀ ਆ ਰਹੀ ਸੀ, ਉਹ ਪਰੇ ਹੁੰਦੀ ਮਾਨੋ ਕਿਸੇ ਪਾਸੇ ਤੁਰੀ ਜਾਂਦੀ ਹੈ। ਕੰਨ ਹੁਣ ਸੁਣ ਨਹੀਂ ਸਕਦੇ। ਅਜੁਲੀਆਂ ਦਾ ਰਸ ਵਾਲਾ ਆਧਾਰ ਮਾਨੋ ਚੁੱਪ ਹੋ ਗਿਆ ਹੈ ਤੇ ਪੰਡਿਤ ਜੀ ਦੇ ਨੈਣ ਵੀ ਖੁੱਲ੍ਹ ਗਏ ਹਨ। ਤ੍ਰੈਆਂ ਪੰਡਿਤਾਂ ਦੀ ਹੁਣ ਆਪੋ ਵਿੱਚ ਨਮਸਕਾਰ ਹੋਈ ਤੇ ਨੇੜੇ ਆ ਬੈਠੇ। ਤ੍ਰੈ ਪੰਡਿਤ ਬੈਠੇ ਗੱਲਾਂ ਬਾਤਾਂ ਕਰਨ ਲੱਗ ਪਏ। ਸੂਰਜ ਉੱਚਾ ਹੋ ਚੁੱਕਾ ਸੀ। ਮਿੱਠੜੀ ਰੁੱਤ ਸੀ ਤੇ ਸੁਆਦ ਭਰਿਆ ਵੇਲਾ ਸੀ। ਬ੍ਰਿਜਨਾਥ, ਦੈਵਗਤੀ ਹੀ ਐਸੀ ਹੈ, ਕੀ ਜਾਣੀਏ ਹਿੰਦੂ ਧਰਮ ਦੀ ਸਮਾਪਤੀ ਦਾ ਹੀ ਸਮਾਂ ਆ ਗਿਆ ਹੈ। ਅੱਗੇ ਜੌਨਪੁਰ ਦੀ ਘਟਨਾ ਸੁਣੀ ਸੀ ਕਿ ਦੇਵੀ ਅੱਗੇ ਬਲੀ ਦੇਣ ਵਾਲਿਆਂ ਦੀ ਕੀ ਬਾਬ ਹੋਈ। ਦਿੱਲੀ ਦੇ ਅੱਤਿਆਚਾਰ ਤਾਂ ਰੋਜ਼ ਸੁਣੀਦੇ ਹਨ, ਨਵੇਂ ਤੋਂ ਨਵੇਂ। ਕਾਸ਼ੀ ਵਾਲੇ ਰਾਮ ਪ੍ਰਸਾਦ ਦੀ ਦੁੱਖ ਬੀਤੀ ਲੂ ਕੰਡੇ ਕਰਨ ਵਾਲੀ ਹੈ। ਅੱਜ ਫੇਰ ਦਿੱਲੀ ਦੇ ਉਪਦਰ ਸੁਣੇ ਹਨ। ਮੁੜ ਕੇ ਪਤਾ ਨਹੀਂ ਮਹਿਮੂਦ ਦਾ ਸਮਾਂ ਆ ਗਿਆ ਹੈ। ਹਰਦਿਆਲ ਜੀ, ਸੁੱਖ ਕਦੋਂ ਬੀਤੀ ਹੈ? ਜਦ ਤੋਂ ਰਾਜਾ ਜੈਪਾਲ ਸਵਰਗ ਹੋਏ ਨੇ, ਤਦ ਤੋਂ ਕਿਹੜਾ ਦਿਨ ਸੁੱਖ ਦਾ ਆਇਆ?
ਸੋਨੇ ਚਾਂਦੀਆਂ ਨਾਲ ਮਾਲਾਮਾਲ, ਸੁੱਖਾਂ ਵਿੱਦਿਆ ਦੇ ਹੁਨਰਾਂ ਦਾ ਘਰ ਸਾਡਾ ਦੇਸ਼ ਇਹਨਾਂ ਵਿਦੇਸ਼ੀਆਂ ਦੀ ਭੁੱਖ ਤੇ ਤ੍ਰਿਸ਼ਨਾ ਦੀ ਅੱਗ ਅੱਗੇ ਬਲੀ ਹੋ ਗਿਆ। ਅਸੀਂ ਮਰ ਮਿਟੇ ਪਰ ਇਹਨਾਂ ਭੁੱਖਿਆਂ ਦੀ ਭੁੱਖ ਨਹੀਂ ਤ੍ਰਿਪਦੀ। ਗੋਪਾਲ, ਸਾਡਾ ਤਪਾ ਕੁਝ ਠੰਡੀਰਾ ਹੈ। ਭੋਏ ਮੁਸਲਮਾਨ ਤਾਂ ਹੈ ਪਰ ਗਊ ਬ੍ਰਾਹਮਣ ਦੀ ਰੱਖਿਆ ਕਰਦਾ ਹੈ। ਅਚਰਜ ਹੀ ਹੈ, ਨਵੇਂ ਹੋਏ ਮੁਸਲਮਾਨ ਆਪਣੇ ਭਰਾਵਾਂ 'ਤੇ ਵਧੇਰੇ ਅਤਿਆਚਾਰ ਕਰਦੇ ਹਨ। ਹਰਦਿਆਲ, ਇਹ ਮੇਰੀ ਚਾਚੀ ਉਸਦੇ ਸੁਭਾਅ ਦੀ ਖੂਬੀ ਵੀ ਸੀ, ਪਰ ਸਲਾਹਗੀਰ ਵੀ ਚੰਗੇ ਸਨ। ਮੈਂ ਅੱਗੇ ਵੀ ਆਪ ਨੂੰ ਮੁੱਦਤਾਂ ਤੋਂ ਕਈ ਵੇਰ ਕਹਿ ਚੁੱਕਾ ਹਾਂ ਕਿ ਰਾਜ ਅਤਿਆਚਾਰ ਆਦਿ ਹੱਦੋਂ ਟੱਪ ਗਏ ਹਨ। ਹੁਣ ਭਗਵਾਨ ਆਵੇਗਾ। ਲੱਛਣ ਅਵਤਾਰ ਦੇ ਆਉਣ ਦੇ ਜਾਪਦੇ ਹਨ। ਦੇਖੋ, ਕਿਤਨੇ ਬਰਸਾਂ ਤੋਂ ਵਰਖਾ ਸਮੇਂ ਸਿਰ ਹੁੰਦੀ ਹੈ। ਰੁੱਤਾਂ ਆਪਣੇ ਸਮੇਂ ਤੋਂ ਰਤਾ ਪਿੱਛੇ ਨਹੀਂ ਹੁੰਦੀਆਂ। ਇਹ ਲੱਛਣ ਹਨ ਭਗਵਾਨ ਦੇ ਆਉਣ ਦੇ। ਬ੍ਰਿਜਨਾਥ ਪੰਡਿਤ, ਅਨੁਮਾਨ ਤਾਂ ਐਸੇ ਹੀ ਹਨ। ਭਵਿੱਖਤ ਪੁਰਾਣ ਵਿੱਚ ਜੋ ਪਤੇ ਦਿੱਤੇ ਹਨ ਉਹਨਾਂ ਦਾ ਸਮਾਂ ਵੀ ਪੁੱਗਾ ਜਾਪਦਾ ਹੈ, ਕਿੰਤੂ ਕਦ ਤੱਕ ਆਸ? ਸਾਡੇ ਕਸ਼ਟ ਅੱਗੇ ਹੀ ਅਸਹਿ ਹਨ, ਪਰ ਹੁਣ ਲੋਧੀਆਂ ਦੇ ਰਾਜ ਦੇ ਕਹਿਰ ਸਮੇਂ ਵਿੱਚ ਤਾਂ ਮਿਲ ਰਹੇ ਕਸ਼ਟ ਝੱਲਣੇ ਕਠਿਨ ਹੋ ਗਏ ਹਨ। ਗੋਪਾਲ ਭਾਂਦਾ, ਪੰਡਿਤ ਜੀ, ਨਿਰਾਸ਼ਤਾ ਤਾਂ ਐਸੀ ਹੀ ਹੈ, ਪਰ ਜਾਨ ਕੁਝ ਐਸੀ ਸਖਤ ਹੱਠੀ ਸ਼ੈ ਹੈ ਕਿ ਖੈਂਦਾਂ ਦੇ ਮੂੰਹ ਆ ਕੇ ਵੀ ਜਿਉਣਾ ਲੋੜੀਂਦੀ ਹੈ। ਕਰੀਏ ਕੀ? ਹੁਣ ਤਾਂ ਜੋ ਰਾਜਾ ਹੈ ਅੱਧਾ ਮੁਸਲਮਾਨ ਹੈ, ਨਾ ਆਨ ਹੈ ਨਾ ਸ਼ਾਨ ਹੈ। ਅਸੀਂ ਤਾਂ ਅਜੇ ਉਤਲਾ ਸਾਹ ਲੈ ਸਕਦੇ ਹਾਂ ਕਿਸੇ ਵੇਲੇ, ਪਰ ਰਾਜੇ ਤਾਂ ਅੱਠੇ ਪੈਰ ਕਸਾਈ ਦੇ ਬੱਕਰੇ ਵਾਂਗ ਭੈ ਵਿੱਚ ਹੀ ਰਹਿੰਦੇ ਹਨ। ਪੁਰੋਹਿਤ ਹਰਦਿਆਲ ਜੀ, ਆਪ ਦੀ ਆਸ ਨਾਲ ਦਿਲ ਜੋੜੀਦਾ ਹੈ ਕਿ ਤੁਸੀਂ ਨਾਲੇ ਪੰਡਤ ਹੋ ਨਾਲੇ ਭਗਵਾਨ ਦੇ ਉਪਾਸਕ ਹੋ। ਤੋ ਸਾਡਾ ਅਨੁਮਾਨ ਹੀ ਠੀਕ ਨਿਕਲੇ ਕਿ ਸ਼ਾਇਦ ਭਗਵਾਨ ਦਾ ਅਵਤਰਨ ਸਮਾਂ ਨੇੜੇ ਹੈ। ਖਬਰੇ ਇਹ ਅੱਖਾਂ ਤੱਕ ਲੈਣਗੀਆਂ। ਹਰਦਿਆਲ ਪੁਰੋਹਿਤ, ਮੇਰਾ ਅਨੁਮਾਨ ਮੈਨੂੰ ਨਿਸ਼ਚੇ 'ਤੇ ਲੈ ਗਿਆ ਹੈ ਕਿ ਅਵਤਾਰ ਪ੍ਰਗਟ ਹੋਣ ਦਾ ਸਮੇਂ ਹੈ, ਔਰ ਜੇ ਮੈਂ ਭੁੱਲਦਾ ਨਹੀਂ ਤਾਂ ਉਹ ਆ ਗਿਆ ਹੈ ਜੇ ਬਾਲਪਨੇ ਵਿੱਚ ਤੇ ਅਪ੍ਰਗਟ, ਪਰ ਲੱਛਣ ਸਾਰੇ ਉਹ ਹਨ। ਪੰਡਤ ਬ੍ਰਿਜਨਾਥ, ਪੁਰੋਹਿਤ ਜੀ, ਸੱਚ ਸਾਨੂੰ ਵੀ ਦੱਸੋ, ਅਸੀਂ ਵੀ ਦਰਸ਼ਨ ਪਾਈਏ, ਸੁਣਦੀਏ, ਦੇਖੀਏ। ਪੁਰੋਹਿਤ ਭਾਂਦੇ ਗੋਪਾਲ ਵੱਲ ਤੱਕੇ, ਕਿਉਂ ਭਾਂਦਾ ਜੀ, ਤੁਸਾਂ ਵੀ ਤੱਕਿਆ ਹੋ? ਭਾਂਦਾ ਕਾਹਲਾ ਹੋ ਕੇ, ਕਦੋਂ, ਕਿੱਥੇ, ਕੌਣ? ਪੁਰੋਹਿਤ, ਬਾਲਕਾ, ਬੇਦੀ ਕੁਲ ਦਾ ਬਾਲਕਾ, ਹਸਮੁਖ, ਸੁੰਦਰ ਸੁਡੋਲ ਚਿਹਰਾ, ਮੱਥਾ ਚੌੜਾ, ਨੈਣ ਰਸੀਲੇ, ਬਾਹਾਂ ਲੰਮੀਆਂ, ਗੋਡਿਆਂ ਤੱਕ ਲੰਮੀਆਂ। ਭਾਂਦਾ, ਕਿਹੜਾ ਬੇਦੀ ਕੁਲ? ਬੇਦੀ ਵੱਡਾ ਤਾਂ ਸਾਡੇ ਮਹਿਤਾ ਹੀ ਹੈ ਨਾ, ਮਹਿਤਾ ਕਾਲੂ। ਪੁਰੋਹਿਤ, ਹਾਂ ਜੀ, ਉਸੇ ਦਾ ਬਾਲਕ ਨਾਨਕ। ਭਾਂਦਾ, ਨਾਨਕ ਹੈ ਅਵਤਾਰ ਸੱਚੀ? ਸੋਚ ਕੇ, ਠੀਕ ਹੈ, ਹਾਂ, ਲੱਛਣ ਅਲੌਕਿਕ ਤਾਂ ਹਨ। ਪੁਰੋਹਿਤ, ਤੁਹਾਡੇ ਪੜ੍ਹਨੀ ਜੋ ਪਾਇਆ ਗਿਆ ਸੀ, ਤੁਸਾਂ ਤਾਂ ਬਹੁਤ ਨੇੜੇ ਹੋ ਕੇ ਦੇਖਿਆ ਹੈ। ਭਾਂਦਾ, ਮੈਂ ਦੇਖਿਆ ਤਾਂ ਹੈ, ਪਰ ਅਵਤਾਰ, ਭਗਵਾਨ ਦਾ ਅਵਤਾਰ, ਇਸ ਪਾਸੇ ਮੇਰੀ ਸੋਚ ਨਹੀਂ ਗਈ। ਪੰਡਿਤ, ਪੁਰੋਹਿਤ ਜੀ, ਕੀ ਤੁਸੀਂ ਮੰਨ ਗਏ ਹੋ? ਅਵਤਾਰ ਦੇ ਲੱਛਣ ਤਾਂ ਬੜੇ ਪ੍ਰਤੱਖ ਹੁੰਦੇ ਹਨ, ਤੁਸਾਂ ਕੁਝ ਪਰਤਾਇਆ ਵੀ ਹੈ? ਪੁਰੋਹਿਤ, ਮੈਂ ਤਾਂ ਉਸੇ ਵੇਲੇ ਗਿਆ ਸੀ ਜਿਸ ਵੇਲੇ ਬਾਲਕ ਨੇ ਜਨਮ ਲਿੱਤਾ ਸੀ। ਪੁਰੋਹਿਤ, ਜੋ ਹੋਇਆ, ਨਾਲੇ ਜੋਤਸ਼ੀ, ਮੈਂ ਤਾਂ ਲਗਨ ਕੁੰਡਲੀ ਵਿਚਾਰਨੀ, ਟੇਵਾ ਪੱਤਰੀ ਲਿਖਣੀ ਸੀ। ਪਲ ਘੜੀ ਲਿਖ ਲੈਣ ਲਈ ਮੈਨੂੰ ਤਦੋਂ ਹੀ ਲੈ ਗਏ ਸਨ। ਦੇਖੋ, ਜਦ ਬਾਲਕ ਜਨਮਿਆ ਦਾਈ ਦੱਸਦੀ ਸੀ ਕਿ ਆਕਾਸ਼ ਧਰਤੀ ਵਿੱਚ ਖੁਸ਼ੀ ਤੇ ਸੁੱਖ ਦਾ ਮੀਂਹ ਵਸਦਾ ਜਾਪਦਾ ਸੀ। ਫਿਰ ਇੰਜ ਜਾਪੇ ਜਿਵੇਂ ਆਕਾਸ਼ਾਂ ਵਿੱਚੋਂ ਕੋਈ ਨਾ ਦਿਸਦੇ ਖੜੋਤੇ ਹਨ ਤੇ ਸੁਗੰਧਿਤ ਫੁੱਲਾਂ ਤੇ ਤਾਰਿਆਂ ਦੀ ਵਰਖਾ ਕਰਦੇ ਹਨ। ਪੰਡਿਤ, ਜੋ ਆਪ ਨੂੰ ਇਸ ਤਰ੍ਹਾਂ ਦਾ ਪ੍ਰਭਾਵ ਪਿਆ ਸੀ ਤਾਂ ਆਪ ਵਿਦਤ ਕਰਕੇ ਸਾਨੂੰ ਦੱਸਦੇ, ਅਸੀਂ ਸਾਰੇ ਅੱਗੇ ਪਰਨੇ ਜਾਂਦੇ, ਆਰਤੀ ਕਰਦੇ। ਪੁਰੋਹਿਤ, ਇਹ ਤਾਂ ਮਾਇਆ ਪ੍ਰਬਲ ਹੈ, ਮਨ ਬਣਾ ਕੇ ਫਿਰ ਬੇਮਲੂਮੇ ਸੱਸਾਂ ਜਿਹਾ ਪ੍ਰਭਾਵ ਪਾ ਜਾਂਦੇ ਹਨ। ਦੂਸਰੇ, ਜੇ ਮੇਰਾ ਯਕੀਨ ਸੱਚਮੁੱਚ ਦਰੁਸਤ ਹੈ ਤਾਂ ਐਸੀ ਸ਼ੈ ਨੂੰ ਪ੍ਰਗਟ ਕਰਨਾ ਨਹੀਂ ਬਣਦਾ। ਉਸਨੇ ਛਿਪਣਾ ਤਾਂ ਹੈ ਨਹੀਂ। ਮਸਤਕ ਤੇ ਮਣੀ ਅਤੇ ਦਸਤਾਰ ਵਿੱਚ ਰੱਖੀ ਪਾਰਸ ਜੋਤੀ ਕਦ ਤੱਕ ਛਿਪ ਸਕਦੀਆਂ ਹਨ? ਪਰ ਜ਼ਾਲਮ ਰਾਜੇ ਅਵਤਾਰ ਦਰੋਹੀ ਹੋਇਆ ਕਰਦੇ ਹਨ।
ਕ੍ਰਿਸ਼ਨ ਜੀ ਦੇ ਮਾਰਨ ਲਈ ਕੰਸ ਨੇ ਕਿਤਨੇ ਯਤਨ ਕੀਤੇ ਸਨ। ਅੱਜ ਕੱਲ੍ਹ ਦੇ ਰਾਜੇ ਤਾਂ ਹਨ ਹੀ ਚਿੱਟੇ ਰੰਗ ਦੇ ਰਾਖਸ਼, ਲੋਧੀ ਪਠਾਨ। ਕਹਿੰਦੇ ਹਨ ਦੀਨਦਾਰ ਹਾਂ, ਕਿਤਾਬ ਵਾਲੇ ਹਾਂ, ਬੜੇ ਸਭ्य ਹਾਂ, ਪਰ ਵਰਤਾਓ ਸਾਨੂੰ ਅਤ ਲੜਾਈ ਤੇ ਜ਼ੁਲਮ ਦੇ ਹਨ। ਸੋ ਮੈਂ ਕੁਝ ਭੈ ਕਰਕੇ ਬਿਰਕਦਾ ਘੱਟ ਦ੍ਰਿਸ਼ਨਾਥ ਅਚਰਜ ਕਿ ਸਾਡੇ ਇਸ ਪਸੀਤੇ ਪਏ ਗਿਰਾਂ ਵਿੱਚ ਜਗਨਨਾਥ ਦਾ ਅਵਤਾਰ ਹੋ ਜਾਏ। ਇੱਥੇ ਮਹਾਂਪੁਰਖ ਪ੍ਰਗਟ ਹੋਵੇ ਜੋ ਭਾਰਤ ਦਾ ਭਾਰ ਹਰੇ ਤੇ ਸਾਨੂੰ ਵਿੱਚ ਵਸਦਿਆਂ ਨੂੰ ਪਤਾ ਹੀ ਨਾ ਲੱਗੇ। ਪੁਰੋਹਿਤ ਪਤਾ ਤਾਂ ਲੱਗਦਾ ਹੈ ਪੰਡਿਤ ਜੀ, ਪਰ ਪ੍ਰਭੂ ਦੀ ਮਾਇਆ ਪ੍ਰਬਲ ਹੈ। ਦੇਖੋਗਾ ਤੁਸੀਂ ਭਲਾ ਨਹੀਂ ਸੁਣਿਆ ਕਿ ਕਾਲੂ ਦੇ ਘਰ ਪੁੱਤਰ ਹੋਇਆ ਹੈ। ਉਹ ਬਹੁਤ ਹਸਮੁਖ ਹੈ, ਸਡੋਲ ਤੇ ਸੋਹਣਾ ਹੈ ਔਰ ਦਾਈ ਕਈ ਕੋਤਕ ਦੱਸਦੀ ਹੈ ਖੁਸ਼ੀ ਤੇ ਆਤਮ ਪ੍ਰਭਾਵ ਦੇ। ਪਰ ਕਦੇ ਪਤਾ ਲੈਣ ਦਾ ਉਦਮ ਆਇਆ ਹੈ ਤੁਸਾਂ ਨੂੰ?